ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ। ਦੋਸਤੋ, ਅਸੀਂ ਤੁਹਾਨੂੰ ਆਪਣੇ ਚੈਨਲ ਦੇ ਰਾਹੀਂ ਅਲੱਗ-ਅਲੱਗ ਸ਼ਖਸੀਅਤਾਂ ਨਾਲ ਮਿਲਾਉਂਦੇ ਰਹਿੰਦੇ ਹਾਂ। ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਖਾਸ, ਜਿਹੜੇ ਕਿ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹਨ, ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਸੰਚਾਰ ਅਤੇ ਸਿਟੀ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਜਗਤਾਰ ਸਿੰਘ ਜੀ ਧੀਮਾਨ ਡਾਕਟਰ, ਤੁਹਾਡੇ ਨਾਲ ਉਹਨਾਂ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ। ਆਓ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਜਗਤਾਰ ਸਿੰਘ ਜੀ ਧੀਮਾਨ ਨਾਲ। ਡਾਕਟਰ ਸਾਹਿਬ, ਪਹਿਲਾਂ ਤਾਂ ਸਾਡੇ ਸਟੂਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਸਾਰਿਆਂ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਹਾਲਾਤੇ ਪੰਜਾਬ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਨੇ ਸਾਡੇ ਦੇਸ਼ ਦੇ ਵਿੱਚ ਅੰਨ ਉਤਪਾਦਨ ਦੇ ਵਿੱਚ ਕਾਫੀ ਯੋਗਦਾਨ ਪਾਇਆ ਹੈ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਡਿਟੇਲ ਵਿੱਚ ਦੱਸੋ। ਬਿਲਕੁਲ ਸਹੀ ਗੱਲ ਹੈ ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ, ਔਰ ਜਿਸ ਵੇਲੇ 1947 ਦੇ ਵਿੱਚ ਭਾਰਤ ਦੇਸ਼ ਆਜ਼ਾਦ ਹੋਇਆ ਸੀ ਔਰ ਜਿਹੜੀ ਵੰਡ ਹੋਈ ਸੀ ਉਹ ਪੰਜਾਬ ਦੀ ਹੀ ਵੰਡ ਹੋਈ ਸੀ। ਇੱਧਰਲੇ ਪਾਸੇ ਜਿਹੜਾ ਪੰਜਾਬ ਰਹਿ ਗਿਆ ਉਸ ਨੂੰ ਅਸੀਂ ਚੜ੍ਹਦਾ ਪੰਜਾਬ ਕਹਿੰਦੇ ਹਾਂ, ਔਰ ਜਿਹੜਾ ਦੂਸਰੇ ਪਾਸੇ ਪੰਜਾਬ ਰਹਿ ਗਿਆ ਉਸ ਨੂੰ ਅਸੀਂ ਲਹਿੰਦਾ ਪੰਜਾਬ ਕਹਿੰਦੇ ਹਾਂ। ਉਸ ਵੇਲੇ ਸਾਡੀ ਜਿਹੜੀ ਖੇਤੀਬਾੜੀ ਦੀ ਹਾਲਤ ਬਹੁਤ ਮਾੜੀ ਸੀ। ਅਸੀਂ ਅੰਨ ਉਤਪਾਦਨ ਇੰਨਾ ਕਰ ਨਹੀਂ ਸੀ ਪਾਉਂਦੇ ਔਰ ਸਾਨੂੰ ਅੰਨ ਸੁਰੱਖਿਆ ਵਾਸਤੇ ਬਾਹਰਲੇ ਮੁਲਕਾਂ ਦੇ ਉੱਤੇ ਨਿਰਭਰ ਕਰਨਾ ਪੈਂਦਾ ਸੀ। ਠੂਠਾ ਫੜ ਕੇ ਦੂਸਰੇ ਮੁਲਕਾਂ ਤੋਂ ਸਾਨੂੰ ਅਨਾਜ ਮੰਗਵਾਉਣਾ ਪੈਂਦਾ ਸੀ। ਇਹ ਬਹੁਤ ਭਿਆਨਕ ਗੱਲ ਸੀਗੀ ਦੇਸ਼ ਵਾਸਤੇ। ਔਰ ਇਸ ਤੋਂ ਪਹਿਲਾਂ ਸਾਨੂੰ ਇੱਕ ਝਟਕਾ ਲੱਗਿਆ ਸੀਗਾ 1943 ਦੇ ਵਿੱਚ, ਜਿਹੜਾ ਕਿ ਬੰਗਾਲ ਦਾ ਕਾਲ ਪੈ ਗਿਆ ਸੀ। ਉਸ ਵੇਲੇ ਵੀ ਹਿੰਦੁਸਤਾਨ ਦੇ ਉੱਤੇ ਉਸ ਦਾ ਬਹੁਤ ਮਾੜਾ ਅਸਰ ਪਿਆ ਸੀ। ਲੱਖਾਂ ਹੀ ਲੋਕ ਜਿਹੜੇ ਆ ਮਾਰੇ ਗਏ, ਬਿਮਾਰ ਹੋ ਗਏ ਔਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ। ਉਸ ਤੋਂ ਬਾਅਦ 1947 ਦੀ ਵੰਡ ਦਾ ਜਿਹੜਾ ਝਟਕਾ ਲੱਗਿਆ, ਇਹਦੇ ਵਿੱਚ ਵੀ ਤਕਰੀਬਨ 2 ਕਰੋੜ ਲੋਕ ਜਿਹੜੇ ਆ ਉਹ ਜਿਹੜੇ ਪਲਾਇਨ ਕਰਨਾ ਪਿਆ ਉਹਨਾਂ ਨੂੰ, ਔਰ 10 ਲੱਖ ਲੋਕ ਜਿਹੜੇ ਮਾਰੇ ਗਏ ਸੀਗੇ। ਇਹ ਬਹੁਤ ਵੱਡੀ ਤਰਾਸਦੀ ਸੀਗੀ ਔਰ ਬੜੀ ਕਤਲੋ-ਗਾਰਤ ਹੋਈ ਸੀ, ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਸਾਡੇ ਜਿਹੜੇ ਉਸ ਵੇਲੇ ਦੇ ਨੇਤਾ ਸੀਗੇ, ਪੰਡਿਤ ਜਵਾਹਰ ਲਾਲ ਨਹਿਰੂ, ਜਿਹੜੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ, ਔਰ ਉਹਨਾਂ ਨੇ ਇਹ ਕਿਹਾ ਕਿ ਐਵਰੀਥਿੰਗ ਐਲਸ ਕੈਨ ਵੇਟ ਬਟ ਨਾਟ ਐਗਰੀਕਲਚਰ, ਕਿ ਜੇ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਸਿਰਫ ਖੇਤੀਬਾੜੀ ਦੇ ਉੱਤੇ ਇਸ ਨੂੰ ਆਤਮ ਨਿਰਭਰ ਬਣਾਉਣਾ ਬਹੁਤ ਜ਼ਰੂਰੀ ਹੈ। ਔਰ ਸਾਰਾ ਜ਼ੋਰ ਲੱਗ ਗਿਆ ਕਿ ਦੇਸ਼ ਨੂੰ ਅਸੀਂ ਖੇਤੀਬਾੜੀ ਦੇ ਪੱਖੋਂ ਆਤਮ ਨਿਰਭਰ ਕਿਵੇਂ ਬਣਾਈਏ। ਗੱਲ ਤੁਰੀ ਕਿ ਫੈਮਿਨ ਕਮਿਸ਼ਨ ਬਣਾਏ ਜਾਣ ਕਿ ਮੁੜ ਕੇ ਕਾਲ ਨਾ ਆਉਣ, ਔਰ ਖੇਤੀਬਾੜੀ ਯੂਨੀਵਰਸਿਟੀਆਂ ਬਣਾਈਆਂ ਜਾਣ। 1960 ਦੇ ਵਿੱਚ ਪੰਤ ਨਗਰ ਯੂਪੀ ਦੇ ਵਿੱਚ ਗੋਬਿੰਦ ਵੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਟੈਕਨੋਲੋਜੀ ਬਣਾਈ ਗਈ। ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਲੁਧਿਆਣਾ ਵਿਖੇ 1962 ਵਿੱਚ ਬਣਾਈ ਗਈ। 62 ਵਿੱਚ ਜਿਸ ਵੇਲੇ ਯੂਨੀਵਰਸਿਟੀ ਬਣੀ, ਇਹਨਾਂ ਨੇ ਪ੍ਰੋਗਰਾਮ ਉਲੀਕੇ ਖੇਤੀ ਜਿਹੜੇ ਵਿਗਿਆਨੀਆਂ ਨੂੰ ਬਾਹਰਲੇ ਮੁਲਕਾਂ ਤੋਂ, ਖਾਸ ਕਰਕੇ ਅਮਰੀਕਾ ਤੋਂ ਟ੍ਰੇਨਿੰਗ ਮਿਲੀ, ਔਰ ਮੈਕਸੀਕੋ ਤੋਂ ਡਾਕਟਰ ਨਾਰਮਨ ਬੋਰਲੋ, ਜਿਨ੍ਹਾਂ ਨੂੰ ਕਣਕਾਂ ਦਾ ਬਾਬਲ ਕਿਹਾ ਜਾਂਦਾ ਔਰ ਗ੍ਰੀਨ ਰੈਵੋਲੂਸ਼ਨ ਦਾ ਜਿਹੜਾ ਪਿਤਾਮਾ ਕਿਹਾ ਜਾਂਦਾ, ਉਹ ਇੱਥੇ ਆਏ। ਡਾਕਟਰ MS ਸਵਾਮੀਨਾਥਨ ਔਰ ਉਹ ਵੀ ਉੱਥੇ ਆਏ ਅਤੇ ਉਹਨਾਂ ਕੋਲੋਂ ਮੈਕਸੀਕਨ ਕਣਕਾਂ ਦੇ ਬੀਜ ਇੱਥੇ ਲਿਆਂਦੇ ਗਏ ਔਰ ਇੱਥੇ ਲੁਧਿਆਣੇ, ਦਿੱਲੀ, ਪੰਤ ਨਗਰ ਵਗੈਰਾ ਕਈ ਥਾਵਾਂ 'ਤੇ ਟੈਸਟ ਕੀਤੇ ਗਏ। ਟੈਸਟਿੰਗ ਬਹੁਤ ਅੱਛੀ ਹੋਈ, ਬੜੇ ਚੰਗੇ ਨਤੀਜੇ ਨਿਕਲੇ ਔਰ ਉਹਦਾ ਸਾਨੂੰ ਬੜਾ ਹੌਸਲਾ ਮਿਲਿਆ। ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਵਿਗਿਆਨੀ ਸੀਗੇ, ਖਾਸ ਕਰਕੇ ਡਾਕਟਰ ਦਿਲਬਾਗ ਸਿੰਘ ਅਥਵਾਲ, ਉਹਨਾਂ ਨੇ ਜਿਹੜੀ ਫਸਲ ਸੁਧਾਰ ਦਾ ਜਿਹੜਾ ਕੰਮ ਬੜੀ ਤੇਜ਼ੀ ਨਾਲ ਕੀਤਾ, ਕਣਕ ਦੀਆਂ ਕਲਿਆਣ ਵਰਗੀਆਂ ਕਿਸਮਾਂ ਪੈਦਾ ਕੀਤੀਆਂ। ਬਸ ਫਿਰ ਕੀ ਸੀ, ਸਾਡੀ ਝੜੀ ਲੱਗ ਗਈ ਕਿਸਮਾਂ ਦੀ, ਔਰ ਉਸ ਤੋਂ ਬਾਅਦ ਸਾਡਾ ਅਨਾਜ ਵਿੱਚ ਉਤਪਾਦਨ ਵਧਣਾ ਸ਼ੁਰੂ ਹੋ ਗਿਆ। ਔਰ ਸਾਡੀ ਜਿਹੜੀਆਂ ਸਰਕਾਰਾਂ ਨੇ ਵੀ ਕਿਸਾਨ ਹਿਤੈਸ਼ੀ ਜਿਹੜੇ ਪ੍ਰੋਗਰਾਮ ਬਣਾਉਣੇ ਸ਼ੁਰੂ ਕਰਤੇ। ਕੰਸੋਲੀਡੇਸ਼ਨ ਲੈਂਡਸ ਦੀ ਹੋ ਗਈ, ਇਨਪੁਟ ਸਪਲਾਈ ਬਣਨੀਆਂ ਸ਼ੁਰੂ ਹੋ ਗਈਆਂ, ਮਿਲਣੀਆਂ ਸ਼ੁਰੂ ਹੋ ਗਈਆਂ, ਟਿਊਬਲ ਲੱਗਣੇ ਸ਼ੁਰੂ ਹੋ ਗਏ ਔਰ ਹੋਰ ਬਹੁਤ ਸਾਰੇ ਉਪਰਾਲੇ ਕੀਤੇ ਗਏ। ਔਰ ਸਾਡੇ ਜਿਹੜੇ ਕਿਸਾਨ ਆ ਉਹ ਬਹੁਤ ਮਿਹਨਤੀ ਸੀਗੇ। ਇਹਨਾਂ ਨੇ ਸਰਕਾਰੀ ਨੀਤੀਆਂ ਨੂੰ ਅਪਣਾਇਆ, ਵਿਗਿਆਨੀਆਂ ਦੀ ਗੱਲ ਸੁਣੀ ਔਰ ਮਿਹਨਤ ਕੀਤੀ। ਖੇਤਾਂ ਦੇ ਵਿੱਚੋਂ ਉਹਨਾਂ ਨੇ ਚੰਗਾ ਉਤਪਾਦਨ ਵਧਾਇਆ ਔਰ 1972 ਦੇ ਵਿੱਚ ਅਸੀਂ ਕਣਕ ਦੇ ਵਿੱਚ ਆਤਮ ਨਿਰਭਰ ਬਣ ਗਏ ਇਸ ਹਰੀ ਕ੍ਰਾਂਤੀ ਰਾਹੀਂ, ਔਰ 1974 ਦੇ ਵਿੱਚ ਅਸੀਂ ਚੌਲਾਂ ਦੇ ਵਿੱਚ ਆਤਮ ਨਿਰਭਰ ਬਣ ਗਏ। ਤਾਂ ਮੈਂ ਸਮਝਦਾ ਕਿ ਇਹ ਇੱਕ ਆਜ਼ਾਦ ਭਾਰਤ ਦਾ ਬਹੁਤ ਹੀ ਕਾਮਯਾਬ ਤਜਰਬਾ ਸੀਗਾ ਜਿਹੜਾ ਸਾਡੇ ਭਾਰਤ ਦੇਸ਼ ਨੇ ਦੇਖਿਆ, ਔਰ ਪੰਜਾਬ ਦੀ ਭੂਮਿਕਾ ਬਹੁਤ ਇਹਦੇ ਵਿੱਚ ਅਹਿਮ ਸੀਗੀ। ਔਰ ਪੰਜਾਬ ਪਿਛਲੇ ਸਾਲਾਂ 'ਚੋਂ ਆਪਾਂ ਦੇਖਦੇ ਹਾਂ ਤਾਂ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਬਹੁਤ ਯੋਗਦਾਨ ਪਾ ਰਿਹਾ, ਔਰ ਰਾਸ਼ਟਰੀ ਜਿਹੜੀ ਭੋਜਨ ਸੁਰੱਖਿਆ ਹੈ ਉਸ ਵੱਲ ਵਿਸ਼ੇਸ਼ ਯੋਗਦਾਨ ਪਾ ਰਿਹਾ। ਔਰ ਪੰਜਾਬ ਨੂੰ ਇਸੇ ਕਰਕੇ ਅੰਨ ਦਾ ਭੰਡਾਰ ਕਿਹਾ ਜਾਂਦਾ, ਇਹਨੂੰ ਫੂਡ ਬਾਸਕਟ ਆਫ ਇੰਡੀਆ ਕਿਹਾ ਜਾਂਦਾ ਇਸੇ ਕਰਕੇ ਹੀ। ਔਰ ਮੈਂ ਸਮਝਦਾ ਕਿ ਸ਼ਾਬਾਸ਼ ਸਾਡੇ ਕਿਸਾਨਾਂ 'ਤੇ, ਸਾਡੀ ਸਰਕਾਰ ਦੀਆਂ ਪਾਲਿਸੀਆਂ 'ਤੇ, ਸਾਡੇ ਮਿਹਨਤੀ ਜਿਹੜੇ ਵਿਗਿਆਨੀਆਂ ਦੇ ਉੱਤੇ ਔਰ ਉਸ ਪਰਮਾਤਮਾ ਦੇ ਉੱਤੇ ਜਿਨ੍ਹਾਂ ਨੇ ਇੱਥੇ ਇਹ ਅਚੰਭਾ ਕੀਤਾ। ਇਹ ਮਿਰੇਕਲ ਇੱਥੇ ਹੋਇਆ ਔਰ ਖੇਤੀਬਾੜੀ ਦੇ
ਖੇਤਰ ਦੇ ਵਿੱਚ ਆਪਾਂ ਆਤਮ ਨਿਰਭਰ ਬਣ ਕੇ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਸਾਬਤ ਕਰਕੇ ਦਿਖਾਤਾ ਹੈ। ਔਰ ਜਿਹੜੇ ਬਾਹਰਲੇ ਦੇਸ਼ ਇਹ ਕਹਿੰਦੇ ਸੀਗੇ ਹਿੰਦੁਸਤਾਨ ਇੱਕ ਐਸੀ ਸਥਿਤੀ ਦੇ ਵਿੱਚ ਹੈ ਕਿ ਇਸ ਨੂੰ ਬਚਾਇਆ ਨਹੀਂ ਜਾ ਸਕਦਾ, ਔਰ ਅਸੀਂ ਉਹ ਚੀਜ਼ ਨੂੰ ਰੱਦ ਕਰਕੇ ਦਿਖਾਤਾ। ਮਾਲਥੂਸੀਅਨ ਥਿਊਰੀ ਨੂੰ ਅਸੀਂ ਰੱਦ ਕਰਕੇ ਦਿਖਾਤਾ, ਔਰ ਅਸੀਂ ਆਤਮ ਨਿਰਭਰ ਹੋ ਕੇ ਸਾਰੀ ਦੁਨੀਆ ਦੇ ਸਾਹਮਣੇ ਇਹ ਪੇਸ਼ਕਾਰੀ ਕੀਤੀ ਕਿ ਅਸੀਂ ਵੀ ਆਪਣੇ ਪੈਰਾਂ 'ਤੇ ਖੜਾ ਹੋ ਸਕਦੇ ਹਾਂ, ਅੰਨ ਭੰਡਾਰ ਦੇ ਵਿੱਚ ਅਸੀਂ ਯੋਗਦਾਨ ਪਾ ਸਕਦੇ ਹਾਂ ਔਰ ਇੱਕ ਅਚੰਭਾ ਕਰ ਸਕਦੇ ਹਾਂ। ਡਾਕਟਰ ਸਾਹਿਬ, ਇਹ ਜਿਹੜੇ ਹਰੀ ਕ੍ਰਾਂਤੀ ਆਈ, ਇਹਦੇ ਨਾਲ ਇਹਦੇ ਕੀ ਪ੍ਰਭਾਵ ਪਏ ਸਾਡੇ ਪੰਜਾਬ ਦੇ ਉੱਤੇ? ਬਖਸ਼ੀ ਜੀ, ਜਿਹੜਾ ਹਰੀ ਕ੍ਰਾਂਤੀ ਦਾ ਆਉਣਾ ਇੱਕ ਸਦਭਾਗ ਸੀਗਾ ਹਿੰਦੁਸਤਾਨ ਦਾ, ਔਰ ਉਸ ਵੇਲੇ ਦੇ ਹਾਲਾਤ 'ਚੋਂ ਸਾਡੀ ਲੋਕਾਈ ਨੂੰ ਇਸਨੇ ਕੱਢਿਆ ਔਰ ਸਾਨੂੰ ਭੁੱਖਮਰੀ ਤੋਂ ਦੂਰ ਕੀਤਾ। ਔਰ ਨਾਲ ਨਾਲ ਜਿਸ ਵੇਲੇ ਆਪਾਂ ਜ਼ਿਆਦਾ ਅਨਾਜ ਦੀ ਪੈਦਾਵਾਰ ਕਰਦੇ ਹਾਂ ਤਾਂ ਮੈਂ ਸਮਝਦਾ ਕਿ ਅਗਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਆਪਾਂ ਦੇਖੀਏ ਤਾਂ 5.5 ਗੁਣਾ ਅਨਾਜ ਪੈਦਾ ਸਾਡਾ ਜਿਹੜਾ ਪੈਦਾ ਹੋਣਾ ਸ਼ੁਰੂ ਹੋ ਗਿਆ, ਔਰ ਜਿਹੜੀ ਕਿ ਵੱਡੀ ਉਪਲਬਧੀ ਹੈ। ਔਰ ਜਦੋਂ ਆਪਾਂ ਅਨਾਜ ਜ਼ਿਆਦਾ ਪੈਦਾ ਕਰਦੇ ਹਾਂ, ਸਾਡਾ ਜਿਹੜਾ ਝੋਨਾ ਹੈ ਉਹ ਕਾਫੀ ਖੇਤਰ ਦੇ ਵਿੱਚ ਬੀਜਿਆ ਜਾਂਦਾ। ਹੁਣ 30 ਲੱਖ ਹੈਕਟੇਅਰ ਦੇ ਵਿੱਚ ਬੀਜਿਆ ਜਾਂਦਾ। ਜਿਹੜੀ ਸਾਡੀ ਕਣਕ ਹੈ ਉਹ ਤਕਰੀਬਨ ਅੱਜ 35 ਲੱਖ ਹੈਕਟੇਅਰ ਦੇ ਕਰੀਬ ਬੀਜੀ ਜਾਂਦੀ ਹੈ। ਜਦੋਂ ਸਾਡੀ ਕ੍ਰੋਪਿੰਗ ਇੰਟੈਂਸਿਟੀ ਹੈ, ਜਿਹੜੀ ਫਸਲੀ ਘਣਤਾ ਹੈ, ਆਪਾਂ ਜ਼ਮੀਨ ਨੂੰ ਵਿਹਲਾ ਨਹੀਂ ਰਹਿਣ ਦਿੰਦੇ। ਆਪਾਂ ਇੱਕ ਫਸਲ ਤੋਂ ਬਾਅਦ ਦੂਸਰੀ ਤੋਂ ਬਾਅਦ ਤੀਸਰੀ ਇਸ ਤਰ੍ਹਾਂ ਬੀਜਦੇ ਹਾਂ ਤਾਂ ਸਾਡੀ 286% ਜਿਹੜੀ ਹੈ 206% ਜਿਹੜੀ ਸਾਡੀ ਫਸਲੀ ਘਣਤਾ ਹੈ। ਇਹਦਾ ਮਤਲਬ ਇਹ ਹੈ ਕਿ ਧਰਤੀ ਦੇ ਉੱਤੇ ਅਸੀਂ ਬਹੁਤ ਬੋਝ ਪਾ ਰਹੇ ਹਾਂ, ਧਰਤੀ ਦੇ ਵਿੱਚੋਂ ਚੀਜ਼ਾਂ ਕੱਢ ਰਹੇ ਹਾਂ, ਖੁਰਾਕੀ ਤੱਤ ਕੱਢ ਰਹੇ ਹਾਂ, ਲੇਕਿਨ ਵਿੱਚ ਰਿਟਰਨ ਨਹੀਂ ਕਰ ਰਹੇ। ਇਸ ਦੇ ਨਾਲ ਕੀ ਹੋ ਗਿਆ ਕਿ ਸਾਡੀ ਭੂਮੀ ਦੀ ਸਿਹਤ ਦੇ ਉੱਤੇ ਮਾੜਾ ਅਸਰ ਪਿਆ। ਸਾਡਾ ਆਰਗੈਨਿਕ ਮੈਟਰ ਘਟਿਆ, ਹੁਣ ਥੋੜ੍ਹੇ ਸਾਲਾਂ ਤੋਂ ਵੱਧ ਜ਼ਰੂਰ ਰਿਹਾ, ਲੇਕਿਨ ਸਾਡੇ ਡੈਫੀਸ਼ੈਂਸੀ ਜਿਹੜੇ ਸਾਡੇ ਖੁਰਾਕੀ ਤੱਤ ਹੈਗੇ ਆ, ਉਹ ਫਸਲਾਂ ਦੇ ਵਿੱਚ ਖੁਰਾਕੀ ਤੱਤਾਂ ਦੀ ਮੈਂਗਨੀਜ਼, ਆਇਰਨ, ਨਾਈਟ੍ਰੋਜਨ, ਇਸ ਤਰ੍ਹਾਂ ਦੇ ਜਿਹੜੇ ਹੋਰ ਤੱਤ ਹੈਗੇ ਉਹਨਾਂ ਦੀ ਕਮੀ ਆ ਰਹੀ ਹੈ। ਉਹ ਖਾਣ ਪੀਣ ਵਾਲਿਆਂ 'ਚ ਵੀ ਕਮੀ ਆ ਰਹੀ, ਪਸ਼ੂਆਂ 'ਚ ਵੀ ਆ ਰਹੀ ਹੈ। ਇਸ ਤੋਂ ਇਲਾਵਾ ਫਸਲਾਂ ਦੇ ਵਿੱਚ ਅਸੀਂ ਕੀੜੇ ਮਕੌੜਿਆਂ ਨੂੰ ਰੋਕਣ ਲਈ ਜਿਹੜੀਆਂ ਜ਼ਹਿਰੀਲੀਆਂ ਔਰ ਕੈਮੀਕਲ ਫਰਟੀਲਾਈਜ਼ਰ ਵੀ ਪਾਉਂਦੇ ਹਾਂ ਔਰ ਪੈਸਟੀਸਾਈਡ ਵੀ ਪਾਉਂਦੇ ਹਾਂ, ਉਹਦੇ ਨਾਲ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ। ਸਭ ਤੋਂ ਵੱਡੀ ਗੱਲ ਕਿ ਜਿਸ ਵੇਲੇ ਝੋਨਾ ਸੈਂਟਰਲ ਪੰਜਾਬ 'ਚ ਕਾਫੀ ਬੀਜਿਆ ਜਾਂਦਾ ਹੈ ਔਰ 70% ਝੋਨਾ ਜਿਹੜਾ ਸਾਡਾ ਸੈਂਟਰਲ ਪੰਜਾਬ 'ਚ ਬੀਜਿਆ ਜਾਂਦਾ, ਉੱਥੇ ਸਾਡਾ ਜਿਹੜਾ ਪਾਣੀ ਦਾ ਪੱਧਰ ਆ ਹੇਠਾਂ ਉਤਰ ਰਿਹਾ। ਔਰ ਸਾਡੇ ਜਿਹੜੇ 70% ਟਿਊਬਲਸ ਹੈਗੇ ਆ, ਆਮ ਤੌਰ 'ਤੇ ਟਿਊਬਲਾਂ ਨਾਲ ਹੀ ਖੇਤੀਬਾੜੀ ਦੀ ਵਿੱਚ ਜਿਹੜੀ ਰੌਣੀ ਹੈ ਜਾਂ ਇਰੀਗੇਸ਼ਨ ਆ ਉਹ ਕੀਤੀ ਜਾਂਦੀ ਹੈ। ਇਸ ਕਰਕੇ ਪ੍ਰਭਾਵ ਸਾਡੇ ਪਾਣੀ ਦੇ ਪੱਧਰ ਦੇ ਉੱਤੇ ਬਹੁਤ ਜ਼ਿਆਦਾ, ਔਰ ਪਾਣੀ ਦਾ ਘਟਣਾ, ਸਾਡੀ ਧਰਤੀ ਦੀ ਸਿਹਤ ਦਾ ਮਾੜਾ ਹੋਣਾ, ਪ੍ਰਦੂਸ਼ਣ ਹੋਣਾ, ਇਹ ਨੈਗੇਟਿਵ ਜਿਹੜੀਆਂ ਆਪਾਂ ਕਹਿੰਦੇ ਹਾਂ ਪ੍ਰਭਾਵ ਸਾਡੇ ਜਿਹੜੇ ਉਸ ਹਰੀ ਕ੍ਰਾਂਤੀ ਦੇ ਆਏ। ਹਾਲਾਂਕਿ ਸਾਡਾ ਅੰਨ ਉਤਪਾਦਨ ਬਹੁਤ ਵਧਿਆ, ਸਾਡੀਆਂ ਮਾਲੀ ਕੰਡੀਸ਼ਨ ਬਹੁਤ ਅੱਛੀਆਂ ਹੋਈਆਂ, ਔਰ ਲੇਕਿਨ ਇੱਕ ਪ੍ਰਭਾਵ ਹੋਰ ਹੋਇਆ ਹਰੀ ਕ੍ਰਾਂਤੀ ਦਾ ਕਿ ਸਾਡੇ 'ਚ ਸੂਝ-ਬੂਝ ਆ ਗਈ। ਸਾਡੇ ਜਿਹੜੇ ਕਿਸਾਨ ਆ ਉਹ ਜਥੇਬੰਦ ਹੋ ਗਏ। ਸਾਡੇ ਕਿਸਾਨਾਂ ਨੇ ਆਪਣੇ ਆਪ ਨੂੰ ਪੋਲੀਟੀਕਲੀ ਆਰਗੇਨਾਈਜ਼ ਕਰ ਲਿਆ। ਸਾਡੇ ਕਿਸਾਨਾਂ ਨੇ ਇਹ ਆਪਣੀਆਂ ਮੰਗਾਂ ਪੇਸ਼ ਰੱਖਣੀਆਂ ਸ਼ੁਰੂ ਕਰਤੀਆਂ, ਔਰ ਤਾਂ ਕਿ ਸਾਡੀ ਜਿਹੜੀ ਖੇਤੀਬਾੜੀ ਆ ਉਹ ਸਹੀ ਦਿਸ਼ਾ ਵੱਲ ਚੱਲ ਸਕੇ। ਇਸ ਤਰ੍ਹਾਂ ਦੇ ਜਿਹੜੇ ਪ੍ਰਭਾਵ ਆ ਉਹ ਸਾਡੀ ਹਰੀ ਕ੍ਰਾਂਤੀ ਦੇ ਜਿਹੜੇ ਆ ਉਹ ਆਏ ਸੀ। ਵੰਨ-ਸੁਵੰਨਤਾ ਦੀ ਗੱਲ ਹੁੰਦੀ ਹੈ, ਜਿਸ ਦੇ ਵਿੱਚ ਰੁੱਖਾਂ, ਫਲ, ਸਬਜ਼ੀਆਂ ਦੇ ਪੇੜਾਂ ਬਾਰੇ ਗੱਲ ਕੀਤੀ ਜਾਂਦੀ ਹੈ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਕੁਛ ਇਹਦੇ ਬਾਰੇ ਵੀ ਰੌਸ਼ਨੀ ਪਾਓ। ਬਿਲਕੁਲ, ਜਿਵੇਂ ਆਪਾਂ ਬਖਸ਼ੀ ਜੀ ਗੱਲ ਹੁਣੀ ਕਰਦੇ ਹਾਂ ਕਿ ਧਰਤੀ ਹੇਠ ਪਾਣੀ ਜਿਹੜਾ ਉਤਰ ਗਿਆ ਔਰ ਵਾਟਰ ਟੇਬਲ ਥੱਲੇ ਜਾ ਰਿਹਾ, ਔਰ ਇਹਦੇ ਲਈ ਆਪਾਂ ਕਹਿੰਦੇ ਹਾਂ ਕਿ ਝੋਨਾ ਪਾਣੀ ਕਾਫੀ ਖਿੱਚਦਾ, ਔਰ ਉਹ ਫਸਲਾਂ ਜਿਹਨਾਂ ਨੂੰ ਪਾਣੀ ਘੱਟ ਚਾਹੀਦਾ ਉਹਨਾਂ ਵੱਲ ਨੂੰ ਆਪਾਂ ਨੂੰ ਤੁਰਨਾ ਪਏਗਾ। ਔਰ ਇਹਦੇ ਵਿੱਚ ਜਿਹੜੇ ਸੁਝਾਈ ਗਈਆਂ ਹੈਗੀਆਂ ਕਿ ਫਲਾਂ ਦੀ ਕਾਸ਼ਤ ਕਰੋ ਔਰ ਸਬਜ਼ੀਆਂ ਦੀ ਕਾਸ਼ਤ ਕਰੋ ਔਰ ਕੁਝ ਹੋਰ ਫਸਲਾਂ ਬੀਜੋ, ਮੱਕੀ ਬੀਜੋ, ਸਾਡਾ ਸੋਇਆਬੀਨ ਬੀਜੋ ਔਰ ਸਾਡੀਆਂ ਹੋਰ ਫਸਲਾਂ ਜਿਹੜੀਆਂ ਉਹ ਬੀਜੋ, ਔਰ ਇਸ ਦੇ ਨਾਲ ਨਾਲ ਜਿਹੜੇ ਰੁੱਖ ਲਾਓ। ਔਰ ਜੇ ਆਪਾਂ ਗੱਲ ਕਰੀਏ ਕਿ ਰੁੱਖ ਲਾਉਣ ਦੀ, ਤੇ ਰੁੱਖ ਸਾਰੇ ਆਪਾਂ ਜਾਣਦੇ ਹਾਂ ਕਿ ਰੁੱਖਾਂ ਲਾਉਣ ਦੇ ਨਾਲ ਬਾਰਿਸ਼ ਵੀ ਆਏਗੀ, ਧਰਤੀ ਦੀ ਪਾਣੀ ਦੀ ਜਿਹੜੀ ਉਹ ਪੂਰਤੀ ਹੋਏਗੀ। ਔਰ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੈਂ ਸਮਝਦਾ ਤਕਰੀਬਨ 6.5 ਦੇ ਕਰੀਬ % ਜਿਹੜਾ ਹੈਗਾ ਉਹ ਰੁੱਖਾਂ ਹੇਠ ਰਕਬਾ ਹੈ, ਔਰ ਸਾਡੀ ਜਿਹੜੀ ਹਰੀ ਛਤਰੀ ਹੈ ਉਹ ਇੰਨੀ ਕੀ ਹੈ, ਜਦ ਕਿ ਲੋੜ ਇਹ ਹੈ ਕਿ ਤਕਰੀਬਨ ਤੀਜਾ ਹਿੱਸਾ 33% ਸਾਡਾ ਜਿਹੜਾ ਪੰਜਾਬ ਦਾ ਰਕਬਾ ਹੈ ਉਹ ਜਿਹੜਾ ਹੈ ਉਹ ਹਰਾ ਹੋਣਾ ਚਾਹੀਦਾ। ਉਹਦੇ ਲਈ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ। ਇਸ ਪਾਸੇ ਵਧਣ ਦੀ ਜਿਹੜੀ ਹੈ ਬਹੁਤ
ਜ਼ਰੂਰਤ ਹੈ। ਪੰਜਾਬ ਦੀ ਜਦੋਂ ਵੰਡ ਹੋਈ ਸੀ ਵਿੱਚ ਹਰਿਆਣਾ ਤੇ ਹਿਮਾਚਲ ਨਿਕਲਿਆ ਸੀਗਾ, ਔਰ ਹਿਮਾਚਲ ਦੇ ਵਿੱਚ ਤਾਂ ਜੰਗਲ ਸੀ, ਹੁਣ ਤਾਂ ਪੰਜਾਬ 'ਚ ਜੰਗਲ ਹੀ ਨਹੀਂ ਹੈਗੇ, ਜਿਸ ਕਰਕੇ ਮੌਜੂਦਾ ਪੰਜਾਬ ਦੇ ਵਿੱਚ ਸਾਨੂੰ ਬੜਾ ਜ਼ੋਰ ਲਾਉਣ ਦੀ ਲੋੜ ਹੈ ਕਿ ਸਾਨੂੰ ਜਿਹੜਾ ਹਰਿਆਲੀ ਵਧਾਈ ਜਾਵੇ, ਚਾਹੇ ਉਹ ਫਲਦਾਰ ਰੁੱਖ ਹੋਣ, ਚਾਹੇ ਉਹ ਜਿਹੜੇ ਆ ਜੰਗਲਾਤ ਦੇ ਰੁੱਖ ਹੋਣ। ਔਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਇੱਥੇ ਦੇ ਨੇਟਿਵ ਰੁੱਖ ਹੈਗੇ ਆ, ਜਿਹੜੀਆਂ ਸਾਡੀਆਂ ਇੱਥੇ ਕਿਸੇ ਵੇਲੇ ਤੂਤ ਹੁੰਦੇ ਸੀਗੇ, ਸਾਡੀਆਂ ਜਾਮਣਾਂ ਹੁੰਦੀਆਂ ਸੀਗੀਆਂ, ਸਾਡੇ ਔਲੇ ਹੁੰਦੇ ਸੀਗੇ, ਸਾਡੀਆਂ ਲਸੂੜੀਆਂ ਹੁੰਦੀਆਂ ਸੀਗੀਆਂ, ਸਾਡੇ ਹੋਰ ਜਿਹੜੇ ਉਸ ਤਰ੍ਹਾਂ ਦੇ ਟਾਹਲੀਆਂ ਹੁੰਦੀਆਂ ਸੀਗੀਆਂ, ਕਿੱਕਰਾਂ ਹੁੰਦੀਆਂ ਸੀਗੀਆਂ, ਉਹ ਜਿਹੜੇ ਰੁੱਖ ਉਸ ਤਰ੍ਹਾਂ ਦੇ ਸਾਨੂੰ ਲਾਉਣ ਦੀ ਲੋੜ ਹੈ ਤਾਂ ਕਿ ਸਾਡੀ ਜਿਹੜੀ ਇਸ ਇਲਾਕੇ ਦੀ ਜਿਹੜੀ ਹਰੀ ਛਤਰੀ ਹੈ ਉਸ ਨੂੰ ਮੁੜ ਕੇ ਬਰਕਰਾਰ ਕੀਤਾ ਜਾਵੇ। ਔਰ ਮੈਂ ਸਮਝਦਾ ਕਿ ਸਰਕਾਰਾਂ ਨੂੰ ਜਿੰਨਾ ਜ਼ੋਰ ਲਾਉਣਾ ਚਾਹੀਦਾ ਉਹਨਾਂ ਲੱਗ ਨਹੀਂ ਰਿਹਾ। ਹਾਲਾਂਕਿ ਫਲਾਂ ਦੀ ਕਾਸ਼ਤ ਨੂੰ ਵਧਾਉਣ ਲਈ ਸਰਕਾਰਾਂ ਨੇ ਜਿਹੜੀਆਂ ਫਰੂਟ ਅਸਟੇਟਸ ਪੰਜਾਬ 'ਚ ਸ਼ੁਰੂ ਕੀਤੀਆਂ ਔਰ ਉਹਦੇ ਲਈ ਕੁਝ ਕੰਮ ਹੋਇਆ, ਲੇਕਿਨ ਉਹ ਨਿਊਟ੍ਰੀਸ਼ਨਲ ਸਿਕਿਉਰਿਟੀ ਜਿਹੜੀ ਆਪਾਂ ਕਹਿੰਦੇ ਆ ਕਿ ਸਾਡੀ ਖੁਰਾਕੀ ਸੁਰੱਖਿਆ, ਉਹ ਤਾਂ ਬੜੀ ਜ਼ਰੂਰੀ ਹੈ ਉਹਦੇ ਲਈ, ਲੇਕਿਨ ਸਾਡੇ ਵਾਤਾਵਰਣ ਦੇ ਵਿੱਚ ਇੱਕ ਚੰਗਾ ਮਾਹੌਲ ਪੈਦਾ ਕਰਨ ਲਈ ਸਾਡੇ ਤਾਂ ਗੁਰੂਆਂ ਪੀਰਾਂ ਨੇ ਅੱਜ ਤੋਂ 500 ਸਾਲ ਪਹਿਲਾਂ ਵੀ ਕਹਿ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਗੁਰੂ ਨਾਨਕ ਦੇਵ ਜੀ ਨੇ ਫਰਮਾਨ ਕੀਤਾ ਸੀਗਾ ਕਿ ਸਾਡਾ ਜਿਹੜਾ ਪਵਨ ਗੁਰੂ, ਸਾਡੀ ਜਿਹੜੀ ਹਵਾ ਹੈ ਉਹ ਇੱਕ ਤਰ੍ਹਾਂ ਦਾ ਗੁਰੂ ਹੈ ਸਾਡੇ, ਔਰ ਪਾਣੀ ਪਿਤਾ, ਔਰ ਪਾਣੀ ਦੀ ਇੰਨੀ ਮਹੱਤਤਾ ਹੈ ਕਿ ਸਾਡੇ ਬਾਪ ਦੇ ਬਰਾਬਰ ਹੈ, ਔਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਧਰਤੀ ਸਾਡੀ ਮਾਂ ਆ, ਔਰ ਧਰਤੀ ਦੇ ਵਿੱਚੋਂ ਇੰਨੀਆਂ ਨਿਆਮਤਾਂ ਆਪਾਂ ਲੈਂਦੇ ਹਾਂ, ਔਰ ਧਰਤੀ ਇੱਕ ਖੁੱਲ੍ਹੀ ਕਿਤਾਬ ਆ, ਸਾਨੂੰ ਗਿਆਨ ਵੀ ਦਿੰਦੀ ਹੈ, ਸਾਨੂੰ ਸਰੋਤਾਂ ਦਾ ਭੰਡਾਰ ਵੀ ਦਿੰਦੀ ਹੈ। ਸਾਨੂੰ ਸਿਰਫ ਵੱਲ ਨਹੀਂ ਹੈ ਕਿ ਧਰਤੀ ਦੇ ਕੋਲੋਂ ਕੀ ਲਿਆ ਜਾ ਸਕਦਾ, ਸਾਨੂੰ ਇਸ ਦਾ ਇਲਮ ਨਹੀਂ ਹੈ, ਔਰ ਇਹ ਇਲਮ ਵੀ ਚਾਹੀਦਾ, ਔਰ ਧਰਤੀ ਨੂੰ ਹਰਿਆ ਭਰਿਆ ਕਰਨਾ ਚਾਹੀਦਾ, ਧਰਤੀ ਦੀ ਸਿਹਤ ਬਰਕਰਾਰ ਰੱਖਣੀ ਚਾਹੀਦੀ ਹੈ। ਧਰਤੀ ਨੂੰ ਸੁਖਾਵੀਂ ਬਣਾਈਏ ਤੇ ਅਸੀਂ ਆਪੇ ਹੀ ਸੁਖਾਵੇਂ ਹੋਵਾਂਗੇ। ਤਾਂ ਮੈਂ ਸਮਝਦਾ ਕਿ ਇਸ ਪਾਸੇ ਸਾਡੀ ਸੋਚ ਨੂੰ ਜਿਹੜਾ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਇਸ ਹਰੇ ਰੁੱਖਾਂ ਵੱਲ, ਇਸ ਹਰੀ ਕ੍ਰਾਂਤੀ ਵੱਲ ਵਧਣ ਲਈ ਸਾਨੂੰ ਕੀ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਆ? ਦੇਖੋ ਜੀ, ਸਭ ਤੋਂ ਵੱਡੀ ਤਾਂ ਗੱਲ ਹੈ ਕਿ ਸੂਝ-ਬੂਝ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਉਹ ਮੈਂ ਸਮਝਦਾ ਕਿ ਹਰ ਸਿਆਣਾ ਬੰਦਾ ਇਸ ਪਾਸੇ ਸੂਝ ਰੱਖੇਗਾ। ਔਰ ਕੁਝ ਮੈਂ ਆਪਣੇ ਵੱਲੋਂ ਜਿਹੜੇ ਮੈਂ ਸੋਚਦਾ ਕਿ ਉਹ ਗੱਲਾਂ ਮੈਂ ਤੁਹਾਡੇ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦਾ। ਪਹਿਲੀ ਤਾਂ ਇਹ ਗੱਲ ਹੈ ਕਿ ਸਾਡੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਜਦੋਂ ਬੱਚੇ ਦਾ ਜਨਮ ਦਿਨ ਹੈ ਜਾਂ ਕਿਸੇ ਦੀ ਐਨੀਵਰਸਰੀ ਹੈ, ਆਪਾਂ ਇੱਕ ਰਿਵਾਜ ਹੀ ਇਸ ਤਰ੍ਹਾਂ ਦਾ ਬਣਾ ਦਈਏ ਕਿ ਇਹੋ ਜਿਹੇ ਜਿਹੜੇ ਮੁਬਾਰਕ ਮੌਕੇ ਹੈਗੇ ਆ ਪਰਿਵਾਰਕ ਮਾਹੌਲ ਦੇ ਵਿੱਚ, ਉਸ ਨੂੰ ਅਸੀਂ ਬੂਟੇ ਲਾ ਕੇ ਕਰੀਏ। ਕਿਸੇ ਨੂੰ ਜਨਮ ਦਿਨ ਦੇ ਉੱਤੇ ਕੋਈ ਗਿਫਟ ਦੇਣੀ ਹੈ, ਕੋਈ ਰੱਖੜੀ, ਭੈਣ ਰੱਖੜੀ ਬੰਨ੍ਹਣ ਆਈ ਹੈ ਅਤੇ ਉਸ ਨੂੰ ਵੀ, ਔਰ ਦੀਵਾਲੀ, ਦੁਸਹਿਰਾ, ਇਸ ਤਰ੍ਹਾਂ ਦੇ ਜਿਹੜੇ ਸਾਡੇ ਸਮਾਗਮ ਵੀ ਹੈਗੇ, ਸਾਡੇ ਜਿਹੜੇ ਤਿਉਹਾਰ ਆ, ਉਹਨਾਂ ਦੇ ਵਿੱਚ ਵੀ ਆਪਾਂ ਬੂਟਾ ਦਾਨ ਦਈਏ, ਬੂਟਾ ਪ੍ਰਸ਼ਾਦ ਦਈਏ। ਜਿਸ ਤਰ੍ਹਾਂ ਅੱਜ ਕੱਲ੍ਹ ਸ਼ੁਰੂ ਹੋਇਆ ਨੰਨੀ ਸ਼ਾਂ ਵਰਗਾ ਪ੍ਰੋਗਰਾਮ ਸੀਗਾ, ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵਧਣੇ ਚਾਹੀਦੇ ਆ। ਔਰ ਅਸੀਂ ਸਮਾਜਿਕ ਪੱਧਰ ਦੇ ਉੱਤੇ ਬੂਟੇ ਵੀ ਲਾਈਏ, ਵਨ ਮਹੋਤਸਵ ਮਨਾਈਏ, ਸਕੂਲਾਂ ਦੇ ਬੱਚਿਆਂ ਨੂੰ ਇਸ ਪਾਸੇ ਤੋਰੀਏ, ਔਰ ਅਸੀਂ ਗਿਫਟ ਦੇ ਤੌਰ ਦੇ ਉੱਤੇ ਬੂਟੇ ਜਿਹੜੇ ਉਹ ਦਈਏ। ਨੰਬਰ 1। ਨੰਬਰ 2 'ਤੇ ਮੈਂ ਇਹ ਸਲਾਹ ਦੱਸਦਾ, ਇਹ ਮੇਰਾ ਵਿਚਾਰ ਹੈ ਕਿ ਆਪਾਂ ਜਿਸ ਵੇਲੇ ਬਾਜ਼ਾਰੋਂ ਫਲ ਲੈ ਕੇ ਆਉਂਦੇ ਆ ਜਾਂ ਕੋਈ ਚੀਜ਼ ਲਿਆਉਂਦੇ ਆ, ਚਾਹੇ ਉਹ ਜਾਮਣਾਂ ਲਿਆਂਦੀਆਂ, ਚਾਹੇ ਉਹ ਆਪਾਂ ਅੰਬ ਲਿਆਂਦੇ ਆ, ਚਾਹੇ ਉਹ ਆਪਾਂ ਅਮਰੂਦ ਲਿਆਂਦੇ ਆ, ਚਾਹੇ ਆਪਾਂ ਕੋਈ ਹੋਰ ਫਲ ਜਿਹੜੇ ਆੜੂ ਲਿਆਂਦੇ ਆ, ਜਿਸ ਵੇਲੇ ਆਪਾਂ ਉਹ ਖਾ ਲੈਂਦੇ ਆ ਅਤੇ ਆਪਾਂ ਡਸਟਬਿਨ ਦੇ ਵਿੱਚ ਉਹਦੇ ਬੀਜ ਸਿੱਟ ਦਿੰਦੇ ਹਾਂ। ਇਹ ਨਾ ਕਰੀਏ, ਆਪਾਂ ਲਿਫਾਫੇ ਦੇ ਵਿੱਚ ਪਾ ਕੇ ਉਹ ਬੀਜ ਰੱਖ ਲਈਏ, ਅਤੇ ਜਦੋਂ ਕਿਤੇ ਅਸੀਂ ਬਾਹਰ ਜਾਣਾ, ਕੰਟਰੀ ਸਾਈਡ ਦੇ ਵਿੱਚ ਜਾਣਾ ਅਤੇ ਕਾਰ ਦੇ ਵਿੱਚ ਬੈਠ ਕੇ ਜਾਣਾ, ਤਾਂ ਬੱਚਿਆਂ ਨੂੰ ਕਹਿ ਦਈਏ ਕਿ ਦੇਖੋ, ਆਪਣੇ ਆਪਣੇ ਲਓ ਆਪਣਾ ਆਪਣਾ ਲਿਫਾਫਾ ਔਰ ਬਾਹਰ ਸੁੱਟਦੇ ਜਾਓ। ਅਤੇ ਚਲੋ ਜੇ 20 ਬੀਜ ਸਿੱਟੇ ਆ, ਚਲੋ ਇੱਕ ਵੀ ਪੈਦਾ ਹੋ ਗਿਆ ਤਾਂ ਉਹ ਮੇਰਾ ਖਿਆਲ ਆ ਕਿ ਵਾਤਾਵਰਨ ਦੇ ਵਿੱਚ ਯੋਗਦਾਨ ਉਸਦਾ ਪਏਗਾ। ਇੱਕ ਚੀਜ਼ ਆਪਾਂ ਨੂੰ ਇਹ ਕਰ ਲੈਣੀ ਚਾਹੀਦੀ ਹੈ, ਇੱਕ ਇਹੋ ਜਿਹੀ ਪਿਰਤ ਪਾਉਣੀ ਚਾਹੀਦੀ ਹੈ। ਨੰਬਰ 3, ਮੈਂ ਸਮਝਦਾ ਕਿ ਸਾਡੀਆਂ ਯੂਨੀਵਰਸਿਟੀਆਂ, ਸਾਡੇ ਜਿਹੜੇ ਕਾਲਜ, ਉਹਨਾਂ ਦੇ ਬੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਔਰ ਪੰਜਾਬ ਤੋਂ ਬਾਹਰਲੇ ਸਟੇਟਾਂ ਤੋਂ ਆਉਂਦੇ ਆ, ਔਰ ਕੇਰਲਾ ਤੱਕ ਤੋਂ, ਉੱਧਰੋਂ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਰੋਪੜ ਤੋਂ, ਕੋਈ ਗੁਰਦਾਸਪੁਰੋਂ, ਕੋਈ ਫਾਜ਼ਿਲਕਾ ਤੋਂ, ਕੋਈ ਅੰਮ੍ਰਿਤਸਰ ਤੋਂ, ਕੋਈ ਜਲੰਧਰ ਤੋਂ, ਕੋਈ ਕਰਤਾਰਪੁਰ ਤੋਂ, ਕੋਈ ਹੋਰ ਕਈ ਥਾਵਾਂ ਦੇ ਉੱਤੋਂ ਬੰਦੇ ਜਿਹੜੇ ਸਾਡੇ ਬੱਚੇ ਆਉਂਦੇ ਆ। ਤਾਂ ਜਿਸ ਵੇਲੇ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਜਾਂ ਜਦੋਂ ਘਰ ਜਾਂਦੇ ਆ, ਅਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਆਪਣੇ ਘਰਾਂ ਤੋਂ ਜੇ ਸੀਡਲਿੰਗ ਨਹੀਂ, ਜੇ ਸੈਪਲਿੰਗ ਨਹੀਂ ਲੈ ਕੇ ਆਉਣੀ ਤਾਂ ਬੀ ਲੈ ਕੇ ਆਓ ਜ਼ਰੂਰ, ਮੁੱਠ ਬੀ ਲੈ ਕੇ ਆਓ। ਉਹ ਬੀ ਲਿਆ ਕੇ ਆਪਣੇ ਆਪਣੇ ਸਕੂਲਾਂ ਦੇ ਵਿੱਚ, ਆਪਣੇ ਆਪਣੇ ਕਾਲਜਾਂ ਦੇ ਵਿੱਚ, ਆਪਣੇ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਉਹ ਦਿਓ, ਔਰ ਉੱਥੇ ਦਾ ਜਿਹੜਾ ਬਾਇਓਲੋਜੀ ਡਿਪਾਰਟਮੈਂਟ ਆ ਜਾਂ ਐਗਰੀਕਲਚਰ ਡਿਪਾਰਟਮੈਂਟ ਆ ਜਾਂ ਬੋਟਨੀ ਦਾ ਡਿਪਾਰਟਮੈਂਟ ਹੈ, ਉਹ ਟੀਚਰ ਆਪਣੀ ਦੇਖ ਰੇਖ ਦੇ ਵਿੱਚ ਉਹਨਾਂ ਬੀਆਂ ਨੂੰ ਕਿਸੇ ਖਾਲੀ ਥਾਂ ਦੇ ਉੱਤੇ ਬੀਜਣ। ਤਾਂ ਮੈਂ ਸਮਝਦਾ ਕਿ ਇਸ ਦੇ ਨਾਲ ਵੀ ਸਾਡੀ ਜਿਹੜੀ ਡੈਂਸਿਟੀ ਆਫ ਟਰੀ ਪਲਾਂਟੇਸ਼ਨ ਹੈ ਉਹ ਆਪਣੇ ਆਪ ਸਮੇਂ ਦੇ ਨਾਲ ਨਾਲ ਉਹ ਵੱਧ ਜਾਏਗੀ।
ਔਰ ਚੌਥੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਹਰ ਇੱਕ ਕਾਲਜ ਦੇ ਵਿੱਚ, ਹਰ ਇੱਕ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੂੰ ਸੋਸ਼ਲ ਇੰਪੈਕਟ ਸਟ੍ਰੈਟਜੀ ਇੱਕ ਇਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਹੈ ਕਿ ਆਲੇ ਦੁਆਲੇ ਦੇ ਘੱਟੋ ਘੱਟ 4-4 5-5 ਪਿੰਡ ਅਡਾਪਟ ਕਰ ਲੈਣ। ਪਿੰਡ ਵਾਸੀਆਂ ਦੇ ਨਾਲ ਰਲ ਕੇ ਵਿਦਿਆਰਥੀਆਂ ਨੂੰ ਇਨਵੋਲਵ ਕਰਕੇ ਉੱਥੇ ਟਰੀ ਪਲਾਂਟੇਸ਼ਨ ਡਰਾਈਵ ਕੀਤੀ ਜਾਵੇ। ਔਰ ਉਹਦੇ ਨਾਲ ਪਿੰਡਾਂ ਦੇ ਵਿੱਚ ਸਾਡੇ ਕੋਲ ਦੇਖੋਗੇ ਤੁਸੀਂ ਕਿ ਜੇ ਇਸ ਨੂੰ ਆਪਾਂ ਬੜੀ ਸ਼ਿੱਦਤ ਦੇ ਨਾਲ ਲਾਗੂ ਕਰੀਏ ਤਾਂ ਤੁਸੀਂ ਮੇਰੀ ਗੱਲ ਯਾਦ ਰੱਖੋਗੇ ਕਿ ਆਉਣ ਵਾਲਾ ਇੱਕ ਐਸਾ ਸਮਾਂ ਆਏਗਾ ਕਿ ਉੱਥੇ ਵੀ ਹਰਿਆ ਭਰੇ ਸਾਡੇ ਪਿੰਡ ਹੋ ਜਾਣਗੇ। ਇਸ ਪਾਸੇ ਵੀ ਸਾਨੂੰ ਕਰਨ ਦੀ ਲੋੜ ਆ। ਔਰ ਪੰਜਵੀਂ ਗੱਲ ਮੇਰੇ ਦਿਮਾਗ 'ਚ ਇਹ ਆ ਰਹੀ ਹੈ ਕਿ ਆਪਾਂ ਇੱਕ ਲਾਜ਼ਮੀ ਤੌਰ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਰੈਗੂਲੇਸ਼ਨ ਪਾਸ ਕਰੀਏ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਵੀ ਕਿ ਬੱਚੇ ਨੂੰ ਡਿਗਰੀ ਉਦੋਂ ਮਿਲੂਗੀ ਜੇ ਉਹ ਸਰਟੀਫਾਈ ਕਰੇ ਕਿ ਮੈਂ 10 ਬੂਟੇ ਬੀਜੇ ਸੀ ਔਰ ਉਸ ਨੂੰ ਮੈਂ ਸਿਰੇ ਤੱਕ ਚੜ੍ਹਾਇਆ, ਔਰ ਉਹ 10 ਬੂਟੇ ਉਹਦਾ ਐਡਵਾਈਜ਼ਰ ਜਿਹੜਾ ਹੈ ਉਹ ਦੇਖੇ, ਤਸਦੀਕ ਕਰੇ ਕਿ ਹਾਂ ਇਸ ਮੁੰਡੇ ਨੇ ਜਾਂ ਇਸ ਲੜਕੀ ਨੇ 10 ਬੂਟੇ ਬੀਜੇ ਸੀਗੇ ਔਰ ਬਿਲਕੁਲ ਵਧੀਆ ਗਰੋ ਕਰ ਰਹੇ ਹੈ, ਤਾਂ ਉਸ ਨੂੰ ਸਰਟੀਫਾਈ ਕਰ ਦੇਵੇ ਤਾਂ ਉਹ ਡਿਗਰੀ ਦਾ ਹੱਕਦਾਰ ਹੋ ਜਾਏਗਾ। ਤਾਂ ਮੈਂ ਸਮਝਦਾ ਕਿ ਇਸ ਤਰੀਕੇ ਦੇ ਨਾਲ ਵੀ ਫਿਲੀਪੀਨ 'ਚ ਕੁਛ ਇਸ ਤਰ੍ਹਾਂ ਦਾ ਕੰਮ ਹੋਇਆ ਔਰ ਆਪਾਂ ਵੀ ਚੰਗੀਆਂ ਗੱਲਾਂ ਬਾਹਰੋਂ ਕਿਤੋਂ ਮਿਲਣ ਤਾਂ ਉਸ ਨੂੰ ਅਡਾਪਟ ਕਰਨੀਆਂ ਚਾਹੀਦੀਆਂ। ਤਾਂ ਇਹ ਆਪਾਂ ਬਹੁਤ ਵਧੀਆ ਢੰਗ ਦੇ ਨਾਲ ਇਸ ਨੂੰ ਅੱਗੇ ਚਲਾ ਸਕਦੇ ਹਾਂ। ਬਾਕੀ ਮੈਂ ਇਹ ਕਹਿਣਾ ਚਾਹਾਂਗਾ ਕਿ ਬੂਟਾ ਲਾ ਸਾਰੇ ਦਿੰਦੇ ਆ। ਸਾਡੇ ਜਿਹੜੇ ਨੇਤਾ ਹੈ, ਸਾਡੇ ਜਿਹੜੇ ਸੋਸ਼ਲ ਵਰਕਰ ਹੈ, ਉਹ ਵਨ ਮਹੋਤਸਵ ਵੀ ਮਨਾ ਦਿੰਦੇ ਆ। ਔਰ ਅੱਜ ਕੱਲ੍ਹ ਸਾਡੇ ਜਿਹੜੇ ਫੋਰੈਸਟ ਡਿਪਾਰਟਮੈਂਟ ਆ ਉਹਨਾਂ ਨੇ ਕਈ ਐਪਸ ਵੀ ਸ਼ੁਰੂ ਕੀਤੀਆਂ ਕਿ ਫ੍ਰੀ ਬੂਟੇ ਲੈ ਜਾਓ। ਉਹ ਬੂਟੇ ਦਿੰਦੇ ਆ, ਚੰਗੇ ਕੌਜ਼ ਆ, ਬਹੁਤ ਮੈਂ ਸ਼ਲਾਘਾ ਕਰਦਾ ਇਸ ਸਰਕਾਰੀ ਜਿਹੜਾ ਉਹਨਾਂ ਨੇ ਸਟੈਪ ਲਿਆ। ਅਤੇ ਲੇਕਿਨ ਮੈਂ ਸਮਝਦਾ ਕਿ ਕੋਈ ਵੀ ਸਰਕਾਰੀ ਸਟੈਪ ਹੈ ਉਹਨਾਂ ਚਿਕਰ ਸਿਰੇ ਨਹੀਂ ਚੜ੍ਹਦਾ ਜਿੰਨਾ ਚਿਕਰ ਆਪਾਂ ਉਸ ਨੂੰ ਯੋਗਦਾਨ ਨਾ ਦਈਏ, ਉਸ ਨੂੰ ਅਪਣਾਈਏ ਨਾ। ਸਾਰਿਆਂ ਦਾ ਸਾਡਾ ਫਰਜ਼ ਬਣਦਾ ਕਿ ਉਹ ਬੂਟੇ ਅਸੀਂ ਉੱਥੋਂ ਲੈ ਕੇ ਅਸੀਂ ਜਿਹੜੀਆਂ ਸਾਡੀਆਂ ਮੁਸ਼ਤਰਕਾ ਜਗ੍ਹਾ ਹੈਗੀਆਂ, ਪਿੰਡਾਂ ਦੀਆਂ ਪੰਚਾਇਤ ਦੀਆਂ ਸਾਰੀਆਂ ਸ਼ਾਮਲਾਤਾਂ ਹੈਗੀਆਂ, ਸਾਡੇ ਜਿਹੜੇ ਸ਼ਮਸ਼ਾਨ ਘਾਟ ਹੈਗੇ ਆ, ਸਾਡੀਆਂ ਪਲੇਅਗਰਾਊਂਡਸ ਆ, ਖਾਲੀ ਥਾਵਾਂ ਆ, ਅਸੀਂ ਉੱਥੇ ਉਹਨਾਂ ਨੂੰ ਖੂਬਸੂਰਤ ਬਣਾਈਏ। ਔਰ ਜੇ ਆਪਾਂ ਬੂਟਿਆਂ ਨਾਲ ਪਿਆਰ ਕਰਾਂਗੇ ਤਾਂ ਬੂਟੇ ਤੁਸੀਂ ਦੇਖੋਗੇ ਕਿ ਨੁਹਾਰ ਬਦਲ ਜਾਏਗੀ। ਇੱਕ ਹਰੇ ਭਰੇ ਥਾਂ ਦੇ ਉੱਤੇ ਇੰਨਾ ਸਕੂਨ ਹੈ। ਮੈਂ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਰਿਹਾ, ਮੈਨੂੰ ਯਾਦ ਹੈ ਕਿ ਕਈ ਲੋਕ ਉੱਥੇ ਸ਼ਾਮ ਨੂੰ ਸੈਰ ਕਰਨ ਜਾਂਦੇ ਆ, ਸਵੇਰੇ ਸੈਰ ਕਰਨ ਜਾਂਦੇ ਆ। ਔਰ ਸ਼ਹਿਰ 'ਚ ਜਿਹੜੇ ਇੰਡਸਟਰੀਅਲਿਸਟ ਹੈਗੇ ਉਹ ਵੀ ਉੱਥੇ ਜਾਂਦੇ ਆ। ਔਰ ਇੰਡਸਟਰੀਅਲ ਏਰੀਆ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਪੋਲਿਊਸ਼ਨ ਹੈ, ਬੜੀ ਪ੍ਰਦੂਸ਼ਣ ਹੈ, ਸਾਹ ਲੈਣਾ ਮੁਸ਼ਕਿਲ ਹੋਇਆ ਹੈ। ਔਰ ਜਿਸ ਵੇਲੇ ਉੱਥੇ ਜਾਂਦੇ ਆ ਤਾਂ ਉਹ ਲੱਗਦੇ ਕਹਿੰਦੇ ਲੈ ਵੀ ਸਾਹ ਆ ਗਿਆ, ਸਕੂਨ ਮਿਲ ਗਿਆ। ਇਹ ਤਾਂ ਲੁਧਿਆਣੇ ਸ਼ਹਿਰ ਦੇ ਇੱਕ ਜਿੱਦਾਂ ਫੇਫੜੇ ਹੁੰਦੇ ਆ ਨਾ, ਯੂਨੀਵਰਸਿਟੀ ਕੋਈ ਇਸ ਤਰ੍ਹਾਂ ਦਾ ਮਾਹੌਲ ਹੈ। ਅਤੇ ਮੈਂ ਸਮਝਦਾ ਕਿ ਆਪਾਂ ਜਿਹੜੇ ਫੇਫੜਿਆਂ ਨੂੰ ਮਜ਼ਬੂਤ ਕਰੀਏ। ਆਪਾਂ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਹੀਂ, ਸਾਰੇ ਵਿੱਦਿਅਕ ਅਦਾਰੇ, ਸਾਰੀਆਂ ਸਾਡੀਆਂ ਮੁਸ਼ਤਰਕਾ ਜਗ੍ਹਾਵਾਂ, ਪੰਚਾਇਤਾਂ, ਸਕੂਲ ਔਰ ਮੁਹੱਲੇ, ਸਭ ਥਾਂ ਦੇ ਉੱਤੇ ਬੂਟੇ ਲੱਗਣ, ਹਰਿਆ ਭਰਿਆ ਸਾਡਾ ਪੰਜਾਬ ਹੋ ਜਾਏ ਔਰ ਸਾਡੇ ਜਿਹੜੇ ਸਾਹ ਲੈਣ ਦੇ ਵਿੱਚ ਸਾਨੂੰ ਬੜੇ ਇੱਕ ਆਸਾਨੀ ਮਹਿਸੂਸ ਹੋਵੇ ਔਰ ਇੱਕ ਸੋਹਣਾ ਵਾਤਾਵਰਨ ਵਿਚਰੇ, ਤਾਂ ਲੋਕਾਂ ਦੀ ਸਿਹਤ ਵੀ ਜਿਹੜੀ ਹੈ ਉਹ ਠੀਕ ਹੋਵੇ। ਤਾਂ ਇਸ ਤਰ੍ਹਾਂ ਦੀ ਕਾਮਨਾ ਦੇ ਨਾਲ ਆਪਾਂ ਸਾਰੇ ਜਿਹੜੇ ਪ੍ਰੋਗਰਾਮ ਨੂੰ ਲੈ ਕੇ ਅੱਗੇ ਵਧੀਏ ਤਾਂ ਮੈਂ ਸਮਝਦਾ ਕਿ ਬਹੁਤ ਅੱਛੀ ਗੱਲ ਹੋਵੇਗੀ। ਔਰ ਇਸ ਗੱਲ ਸਮਝ ਲੈਣੀ ਜ਼ਰੂਰੀ ਹੈ ਕਿ ਬੂਟੇ ਲਾ ਕੇ ਹੀ ਅਸੀਂ ਵਾਤਾਵਰਨ ਨੂੰ ਬਣਾ ਸਕਦੇ ਹਾਂ। ਕਲੀਨ ਐਂਡ ਗ੍ਰੀਨ ਇੰਡੀਆ, ਕਲੀਨ ਐਂਡ ਗ੍ਰੀਨ ਪੰਜਾਬ, ਸਾਫ ਸੁਥਰਾ ਅਤੇ ਹਰਿਆ ਭਰਿਆ ਮਾਹੌਲ ਬਣਾਈਏ, ਘਰਾਂ 'ਚ ਬੂਟੇ ਲਾਈਏ ਔਰ ਜਦੋਂ ਵੀ ਹੋ ਸਕਦਾ ਬੂਟੇ ਜ਼ਰੂਰ ਲਾਈਏ, ਬੂਟਿਆਂ ਨਾਲ ਪਿਆਰ ਕਰੀਏ। ਮੈਂ ਗੋਆ 'ਚ ਦੇਖਿਆ ਤਕਰੀਬਨ ਹਰ ਘਰ ਦੇ ਵਿੱਚ ਅਗਰ 1 ਫੁੱਟ ਵੀ ਥਾਂ ਹੈਗੀ ਹੈ ਉਹ ਵੀ ਬੂਟਾ ਉੱਥੇ ਗੱਡ ਦਿੰਦੇ ਆ। ਤਾਂ ਬਹੁਤ ਉੱਥੇ ਗ੍ਰੀਨਰੀ ਬੜੀ ਹੈ। ਔਰ ਇਹੋ ਜਿਹੀਆਂ ਚੰਗੀਆਂ ਗੱਲਾਂ ਜਿਹੜੀਆਂ ਜਿੱਥੋਂ ਕਿਤੋਂ ਵੀ ਪ੍ਰਾਪਤ ਹੋਣ ਆਪਾਂ ਨੂੰ ਗ੍ਰਹਿਣ ਕਰਨੀਆਂ ਚਾਹੀਦੀਆਂ ਔਰ ਇਸ ਪਾਸੇ ਅੱਗੇ ਵਧਣਾ ਚਾਹੀਦਾ। ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਔਰ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਅੱਛੀਆਂ ਔਰ ਵਧੀਆ ਗੱਲਾਂ ਜੋ ਕਿ ਸਾਡੇ ਆਉਣ ਵਾਲੇ ਭਵਿੱਖ ਨਾਲ ਜੁੜੀਆਂ ਹੋਈਆਂ ਨੇ ਉਹ ਦੱਸੀਆਂ। ਆਖਿਰ ਦੇ ਵਿੱਚ ਮੈਂ ਆਪ ਜੀ ਅੱਗੇ ਜ਼ਰੂਰ ਇਹ ਬੇਨਤੀ ਕਰਾਂਗਾ ਕਿ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇੱਕ ਆਪਣੇ ਵੱਲੋਂ ਕੋਈ ਬਹੁਤ ਹੀ ਪਿਆਰਾ ਖੂਬਸੂਰਤ ਜਿਹਾ ਮੈਸੇਜ ਦੇ ਕੇ ਜਾਓ, ਸੰਦੇਸ਼ ਦੇ ਕੇ ਜਾਓ। ਦੇਖੋ ਜੀ ਬਖਸ਼ੀ ਜੀ, ਸੰਦੇਸ਼ ਤਾਂ ਇਹੀ ਹੈ ਕਿ ਆਪਾਂ ਖੁਦ ਆਪਣੀ ਜ਼ਿੰਮੇਵਾਰੀ ਸਮਝੀਏ। ਜੇ ਕਹਿ ਦਿਓ ਕਿ ਬੂਟਾ ਲਾਉਣਾ ਮੇਰੇ ਇਕੱਲੇ ਦਾ ਕੰਮ ਹੈ ਜਾਂ ਕਿਸੇ ਨੂੰ ਵੀ ਆਪਾਂ ਕਹਿ ਦਈਏ ਕਿਸੇ ਇਕੱਲੇ ਇਨਸਾਨ ਦਾ ਕੰਮ ਆ, ਤਾਂ ਇਸ ਤਰ੍ਹਾਂ ਨਹੀਂ ਹੈ। ਇਹ ਇੱਕ ਸਾਂਝਾ ਉਪਰਾਲਾ ਹੋਣਾ ਚਾਹੀਦਾ, ਰਲ ਮਿਲ ਕੇ ਇਸ ਨੂੰ ਆਪਾਂ ਨੇਪਰੇ ਚਾੜ੍ਹਨਾ ਚਾਹੀਦਾ ਔਰ ਇਸ ਦੇ ਵਿੱਚ ਹੀ ਸਾਰਿਆਂ ਦੀ ਭਲਾਈ ਹੈ। ਔਰ ਇਸ ਕੰਮ ਨੂੰ
ਜਿੰਨੀ ਜਲਦੀ ਕਰ ਲਿਆ ਜਾਵੇ ਤਾਂ ਉਨਾ ਹੀ ਚੰਗਾ। ਪਰਮਾਤਮਾ ਸਾਡੇ ਤੇ ਹਰ ਸਾਲ ਮਿਹਰ ਕਰਦਾ। ਸਾਡੀਆਂ ਰੁੱਤਾਂ ਜਿਹੜੀਆਂ ਉਹ ਆਉਂਦੀਆਂ, ਹਰ ਰੁੱਤ ਦਾ ਇੱਕ ਖਾਸ ਸੰਦੇਸ਼ ਹੁੰਦਾ। ਹਰ ਰੁੱਤ ਦਾ ਇੱਕ ਸਾਨੂੰ ਇੱਕ ਤਰ੍ਹਾਂ ਦਾ ਇੱਕ ਸੰਦੇਸ਼ ਇਹ ਹੁੰਦਾ ਕਿ ਭਾਈ ਇਸ ਰੁੱਤ ਦੇ ਵਿੱਚ ਇਹ ਕੰਮ ਕਰਨ ਵਾਲਾ ਆ। ਤਾਂ ਬਰਸਾਤ ਦੀ ਰੁੱਤ ਦੇ ਵਿੱਚ ਇਹ ਕੰਮ ਕਰਨ ਵਾਲਾ ਕਿ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ ਔਰ ਨਰਸਰੀਆਂ ਜਿਹੜੀਆਂ ਪੈਦਾ ਕਰੀਏ। ਔਰ ਸਾਡੇ ਜਿਹੜੇ ਸਮਾਜਿਕ ਅਦਾਰੇ ਹੈਗੇ ਆ, ਸਾਡੇ ਜਿਹੜੇ ਗੈਰ ਸਰਕਾਰੀ ਅਦਾਰੇ ਹੈ, NGOs ਹੈਗੇ ਆ, ਸਾਡੇ ਜਿਹੜੇ ਵਿੱਦਿਅਕ ਅਦਾਰੇ ਹੈ, ਸਾਡੇ ਪਰਿਵਾਰ ਹੈ, ਉਹ ਰਲ ਮਿਲ ਕੇ ਇਸ ਪਾਸੇ ਹੰਭਲਾ ਮਾਰੀਏ ਅਤੇ ਆਪਾਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਵਿੱਚ, ਆਪਣੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਦੇ ਵਿੱਚ ਯੋਗਦਾਨ ਪਾਈਏ। ਔਰ ਇਸ ਕੰਮ ਦੇ ਵਿੱਚ ਹੋਰ ਦੇਰ ਨਾ ਕਰੀਏ। ਇਹ ਅੱਜ ਤੋਂ ਨਹੀਂ ਬਲਕਿ ਹੁਣ ਤੋਂ ਹੀ ਇਹ ਕੰਮ ਆਪਾਂ ਇਸ ਪਾਸੇ ਜੁੜ ਜਾਈਏ। ਇਹੀ ਮੇਰਾ ਸੰਦੇਸ਼ ਹੈ। ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ। ਅਗਲਾ ਅਪਡੇਟ ਲੈ ਕੇ ਜਲਦ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਥੈਂਕ ਯੂ।